ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण कौर मान। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਝੁਰਵੀਆਂ ਖਬਰਾਂ। ਅਮਰੀਕਾ ਨੇ ਵਿਦੇਸ਼ ਯਾਤਰਾ ਦੌਰਾਨ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ। ਆਸਟ੍ਰੇਲੀਆ ਦੇ ਕਈ ਰਾਜਾਂ ਵਿੱਚ ਤੂਫਾਨ ਦਾ ਕਹਿਰ, ਉਡਾਣਾਂ ਹੋਈਆਂ ਪ੍ਰਭਾਵਿਤ। ਪੰਜਾਬ ਤੋਂ ਨੰਦੇੜ ਸਾਹਿਬ ਲਈ ਜਲਦ ਹੋਵੇਗੀ ਹਵਾਈ ਸੇਵਾ ਸ਼ੁਰੂ। ਨੈਂਸੀ ਪੈਲੋਸੀ ਦੀ ਫੇਰੀ ਦੌਰਾਨ 21 ਚੀਨੀ ਫੌਜੀ ਜਹਾਜ਼ਾਂ ਨੇ ਤਾਇਵਾਨ ਦੇ ਹਵਾਈ ਖੇਤਰ ਵਿੱਚ ਭਰੀ ਉਡਾਣ। ਨੈਂਸੀ ਪੈਲੋਸੀ ਦੀ ਯਾਤਰਾ ਤੇ ਭੜਕਿਆ ਚੀਨ, ਅਮਰੀਕੀ ਰਾਜਦੂਤ ਨੂੰ ਕੀਤਾ ਤਲਬ। ਤਾਇਵਾਨ ਨੂੰ ਅਮਰੀਕਾ ਇਕੱਲਾ ਨਹੀਂ ਛੱਡੇਗਾ, ਪੈਲੋਸੀ ਦਾ ਬਿਆਨ। ਅਮਰੀਕਾ 'ਚ ਸੜਕ ਹਾਦਸੇ ਵਿੱਚ ਸਾਂਸਦ ਜ਼ੈਕੀ ਸਮੇਤ 4 ਲੋਕਾਂ ਦੀ ਮੌਤ। ਅਮਰੀਕਾ ਨੇ ਵਧਾਈ ਰੂਸ ਦੀ ਟੈਂਸ਼ਨ, ਫਿਨਲੈਂਡ ਸਵੀਡਨ ਦੀ ਨਾਟੋ ਮੈਂਬਰਸ਼ਿਪ ਤੇ US ਨੇ ਲਗਾਈ ਮੋਹਰ। ਅਲ ਜ਼ਵਾਹਿਰੀ ਦੇ ਮਾਰੇ ਜਾਣ ਤੋਂ ਬਾਅਦ ਹੁਣ ਅਮਰੀਕਾ ਨੇ ਅੱਤਵਾਦੀਆਂ ਦੇ ਜਵਾਬੀ ਹਮਲੇ ਨੂੰ ਲੈ ਕੇ ਦੁਨੀਆ ਭਰ ਵਿੱਚ ਜਾਰੀ ਕੀਤਾ ਅਲਰਟ। ਅਮਰੀਕਾ 'ਚ ਪੰਜਾਬਣ ਨੇ ਰੋ ਕੇ ਦੱਸਿਆ ਆਪਣਾ ਦੁੱਖ, ਖੁਦਕੁਸ਼ੀ ਤੋਂ ਪਹਿਲਾਂ ਜਾਰੀ ਕੀਤੀ ਵੀਡੀਓ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਅਲ-ਕਾਇਦਾ ਮੁਖੀ ਆਯਮਨ ਅਲ ਜ਼ਵਾਹਿਰੀ ਦੇ ਖਾਤਮੇ ਮਗਰੋਂ ਅਮਰੀਕਾ ਨੇ ਵਿਦੇਸ਼ ਵਿੱਚ ਸਫ਼ਰ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ। ਵਿਦੇਸ਼ ਵਿਭਾਗ ਵੱਲੋਂ ਜਾਰੀ ਅਲਰਟ ਵਿੱਚ ਕਿਹਾ ਗਿਆ ਹੈ ਕਿ ਜ਼ਵਾਹਿਰੀ ਦੀ ਮੌਤ ਮਗਰੋਂ ਅਲ-ਕਾਇਦਾ ਦੇ ਹਮਾਇਤੀ ਜਾਂ ਉਸ ਨਾਲ ਜੁੜੀਆਂ ਜਥੇਬੰਦੀਆਂ ਅਮਰੀਕੀ ਟਿਕਾਣਿਆਂ, ਫੌਜੀਆਂ ਤੇ ਆਮ ਲੋਕਾਂ ਤੇ ਹਮਲੇ ਕਰ ਸਕਦੇ ਨੇ। ਵਿਦੇਸ਼ ਵਿਭਾਗ ਅਮਰੀਕੀ ਨਾਗਰਿਕਾਂ ਖਿਲਾਫ ਦਹਿਸ਼ਤੀ ਹਮਲਿਆਂ ਦੀ ਧਮਕੀ, ਪ੍ਰਦਰਸ਼ਨ ਅਤੇ ਹੋਰ ਹਿੰਸਕ ਕਾਰਵਾਈਆਂ ਤੋਂ ਫਿਕਰਮੰਦ ਨੇ। ਉਹਨਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਅਮਰੀਕਾ ਨਾਲ ਜੁੜੇ ਟਿਕਾਣਿਆਂ ਤੇ ਦਹਿਸ਼ਤ ਹਮਲੇ ਵਧਣ ਦਾ ਖਦਸ਼ਾ ਹੈ, ਸੋ ਯਾਤਰੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਆਸਟ੍ਰੇਲੀਆ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੇ ਗਿੱਲੇ ਅਤੇ ਹਨੇਰੀ ਵਾਲੇ ਮੌਸਮ ਨੇ ਬੁੱਧਵਾਰ ਨੂੰ ਦੇਸ਼ ਦੇ ਬਹੁਤ ਸਾਰੇ ਦੱਖਣੀ ਖੇਤਰਾਂ ਵਿੱਚ ਤਬਾਹੀ ਮਚਾਈ ਅਤੇ ਨਾਲ ਹੀ ਤੀਬਰਤਾ ਘੱਟ ਹੋਣ ਦੇ ਸੰਕੇਤ ਦਿਖਾਏ। ਪੱਛਮੀ ਆਸਟ੍ਰੇਲੀਆ ਰਾਜਧਾਨੀ ਪਰਥ ਵਿੱਚ ਹਵਾਈ ਅੱਡੇ ਤੇ ਲਗਭਗ 35,000 ਹੋਰ ਸੰਪਤੀਆਂ ਤੇ ਬਿਜਲੀ ਦੇ ਬਲੈਕਆਊਟ ਕਾਰਨ ਤੀਰੇ ਤੂਫਾਨ ਦੇ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਰਵਾਨਗੀ ਦੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ। ਸਮਾਚਾਰ ਏਜੰਸੀ ਸ਼ਿਨੂਆ ਦੀ ਰਿਪੋਰਟ ਮੁਤਾਬਕ ਵੱਡੇ ਸਫ਼ਰ ਕਾਰਨ ਰਾਜ ਦੇ ਸਮੁੰਦਰੀ ਤੱਟ ਪ੍ਰਭਾਵਿਤ ਹੋਏ ਨੇ, ਜੋ ਕਿ 10 ਮੀਟਰ ਦੀ ਉਚਾਈ ਤੱਕ ਪਹੁੰਚ ਗਏ ਨੇ। ਮੌਸਮ ਵਿਗਿਆਨ ਬਿਊਰੋ ਦੇ ਅਨੁਸਾਰ 90 ਕਿਲੋਮੀਟਰ ਤੋਂ ਵੱਧ ਦੀ ਰਫ਼ਤਾਰ ਵਾਲੀਆਂ ਹਵਾਵਾਂ ਅਤੇ ਤੂਫਾਨ ਦੇ ਗਰਜ ਨਾਲ ਬੁੱਧਵਾਰ ਨੂੰ ਪੂਰੇ ਸੂਬੇ ਦੇ ਦੱਖਣੀ ਅੱਧ ਨੂੰ ਪਾਰ ਕਰਨ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੌਰਾਨ ਦੇਸ਼ ਦੇ ਦੂਜੇ ਪਾਸੇ ਵਿਕਟੋਰੀਆ ਸਟੇਟ ਐਮਰਜੈਂਸੀ ਸੇਵਾ ਦੇ ਕਰਮਚਾਰੀਆਂ ਨੇ ਮੰਗਲਵਾਰ ਰਾਤ ਨੂੰ ਤੂਫਾਨੀ ਹਵਾਵਾਂ ਦੇ ਤਬਾਹੀ ਮਚਾਉਣ ਤੋਂ ਬਾਅਦ ਮਦਦ ਲਈ 200 ਤੋਂ ਵੱਧ ਕਾਲਾਂ ਦਾ ਜਵਾਬ ਦਿੱਤਾ। BOM ਡਿਊਟੀ ਫੌਕਸਾਪਰ ਦੀ ਲਿਸਟ ਦੇ ਸਥਾਨਕ ਅਖਬਾਰ ਏਜ ਨੂੰ ਦੱਸਿਆ ਕਿ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਵਾਲੇ ਝੱਖੜ ਰਾਜ ਦੀਆਂ ਆਲਪਾਈਨ ਚੋਟੀਆਂ ਅਤੇ ਹੋਰ ਉੱਚੇ ਖੇਤਰਾਂ ਵਿੱਚੋਂ ਲੰਘ ਗਏ ਅਤੇ ਇਸ ਖੇਤਰ ਵਿੱਚ ਠੰਡੇ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ। ਬਹੁਤ ਸਾਰੀਆਂ ਉਡਾਣਾਂ ਵੀ ਮੌਸਮ ਦੇ ਕਾਰਨ ਪ੍ਰਭਾਵਿਤ ਹੋਈਆਂ ਨੇ। ਦੇਸ਼ ਵਿਦੇਸ਼ ਤੋਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚ ਰਹੀਆਂ ਸੰਗਤਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਮੁੱਖ ਰੱਖਦਿਆਂ ਬਹੁਤ ਜਲਦ ਨੰਦੇੜ ਸਾਹਿਬ ਲਈ ਵੱਖ-ਵੱਖ ਜਗ੍ਹਾ ਤੋਂ ਹਵਾਈ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਨੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੋਰਡ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਨਵ ਨਿਯੁਕਤ ਚੇਅਰਮੈਨ ਡਾਕਟਰ ਪਰਵਿੰਦਰ ਸਿੰਘ ਪਸਰੀਚਾ ਮਹਾਰਾਸ਼ਟਰ ਨੇ ਪੰਜਾਬ ਤੋਂ ਪਹੁੰਚੇ ਵਫਦ, ਜਿਸ ਦੀ ਅਗਵਾਈ ਰੁਪਿੰਦਰ ਸਿੰਘ ਸ਼ਾਮਪੁਰਾ ਚੀਫ ਪੈਟਰਨ ਨਾਨਕ ਸਾਈ ਫਾਊਂਡੇਸ਼ਨ ਨੰਦੇੜ ਕਰ ਰਹੇ ਸਨ, ਨਾਲ ਮੁਲਾਕਾਤ ਦੌਰਾਨ 94 ਪੱਤਰਕਾਰਾਂ ਦੀ ਹਾਜ਼ਰੀ ਵਿੱਚ ਕੀਤਾ। ਅਮਰੀਕੀ ਸਦਨ ਦੀ ਸਪੀਕਰ ਨੈਂਸੀ ਪੈਲੋਸੀ ਦੇ ਮੰਗਲਵਾਰ ਨੂੰ ਤਾਈਪੇ ਵਿੱਚ ਉਤਰਨ ਤੋਂ ਤੁਰੰਤ ਬਾਅਦ 21 ਚੀਨੀ ਫੌਜ ਜਹਾਜ਼ਾਂ ਨੇ ਤਾਇਵਾਨ ਦੇ 에ਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ ਦੇ ਦੱਖਣ ਪੱਛਮੀ ਹਿੱਸੇ ਉੱਤੇ ਉਡਾਣ ਭਰੀ, ਜਿਵੇਂ ਕਿ ਤਾਇਵਾਨ ਦੇ ਰਾਸ਼ਟਰੀ ਮੰਤਰਾਲੇ ਦੁਆਰਾ ਪੁਸ਼ਟੀ ਕੀਤੀ ਗਈ ਹੈ। ਰੱਖਿਆ ਮੰਤਰਾਲਾ ਨੇ ਟਵਿੱਟਰ ਤੇ ਕਿਹਾ 21 PLA ਜਹਾਜ਼ 2 ਅਗਸਤ ਨੂੰ ਤਾਇਵਾਨ ਦੇ ਦੱਖਣ ਪੱਛਮ ਵਿੱਚ ADIZ ਵਿੱਚ ਦਾਖਲ ਹੋਏ। MND ਨੇ ਕਿਹਾ ਕਿ ਜਵਾਬ ਵਿੱਚ ਤਾਇਵਾਨ ਨੇ ਇੱਕ ਲੜਾਈ ਹਵਾਈ ਗਸ਼ਤ ਮੁਹਿੰਮ ਸ਼ੁਰੂ ਕੀਤੀ, ਰੇਡੀਓ ਚੇਤਾਵਨੀਆਂ ਭੇਜੀਆਂ ਤੇ ਚੀਨੀ ਫੌਜੀ ਜਹਾਜ਼ਾਂ ਨੂੰ ਟਰੈਕ ਕਰਨ ਲਈ ਭੇਜਿਆ। ਪੈਲੋਸੀ ਚੀਨੀ ਖਤਰੇ ਦੇ ਮੱਦੇਨਜ਼ਰ ਹਿੰਦ ਪ੍ਰਸ਼ਾਂਤ ਖੇਤਰ ਦੇ ਕਾਂਗਰਸ ਦੇ ਵਫਦ ਦੇ ਦੌਰੇ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਤਾਇਵਾਨ ਪਹੁੰਚੀ। ਨੇਕ ਜਹਾਜ਼ ਦੇ ਤਾਈਪੇ ਵਿੱਚ ਉਤਰਨ ਤੋਂ ਕੁਝ ਮਿੰਟ ਬਾਅਦ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਐਲਾਨ ਕੀਤਾ ਕਿ ਉਹ ਵੀਰਵਾਰ ਤੋਂ ਐਤਵਾਰ ਤੱਕ ਤਾਇਵਾਨ ਦੇ ਆਲੇ ਦੁਆਲੇ ਦੇ ਪਾਣੀਆਂ ਵਿੱਚ 6 ਲਾਈਵ ਫਾਇਰ ਫੌਜੀ ਅਭਿਆਸ ਕਰਵਾਏਗੀ। ਚੀਨ ਵੱਲੋਂ ਅਭਿਆਸ ਦੇ ਐਲਾਨ ਦੇ ਜਵਾਬ ਵਿੱਚ ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਤਾਇਵਾਨ ਦੇ ਆਲੇ ਦੁਆਲੇ ਦੇ ਪਾਣੀਆਂ ਵਿੱਚ 6 ਲਾਈਵ ਫਾਇਰ ਫੌਜੀ ਅਭਿਆਸ ਕਰਨ ਦੀ ਚੀਨ ਦੀ ਯੋਜਨਾ ਤਾਇਵਾਨ ਦੀਆਂ ਪ੍ਰਮੁੱਖ ਬੰਦਰਗਾਹਾਂ ਅਤੇ ਮਹਾਨਗਰਾਂ ਦੇ ਖੇਤਰ ਵਿੱਚ ਲਈ ਹਨ। ਅਮਰੀਕਾ ਦੀ ਸਪੀਕਰ ਨੈਂਸੀ ਪੈਲੋਸੀ ਦੇ ਤਾਇਵਾਨ ਦੌਰੇ ਤੇ ਚੀਨ ਗੁੱਸੇ 'ਚ ਹੈ। ਪੈਲੋਸੀ ਦੇ ਦੌਰੇ ਦੇ ਵਿਚਕਾਰ ਚੀਨ ਨੇ ਅਮਰੀਕੀ ਰਾਜਦੂਤ ਨਿਕੋਲਸ ਬਰਨਸ ਨੂੰ ਤਲਬ ਕੀਤਾ।
ਉਹ ਪੈਲੋਸੀ ਦੀ ਤਾਇਬਾਨ ਯਾਤਰਾ ਦੇ ਵਿਰੋਧ ਵਿੱਚ ਅਮਰੀਕਾ ਨੂੰ ਸਖਤ ਸੰਦੇਸ਼ ਦੇਣਾ ਚਾਹੁੰਦਾ ਹੈ। ਇਸ ਦੌਰਾਨ ਚੀਨ ਨੇ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਚੀਨ ਨੇ ਇਤਰਾਜ਼ਾਂ ਤੋਂ ਪਰੇ ਨੈਂਸੀ ਪੈਲੋਸੀ ਨੇ ਕਿਹਾ ਕਿ ਤਾਇਬਾਨ ਦੇ ਸਮਰਥਨ 'ਚ ਪੂਰਾ ਅਮਰੀਕਾ ਇਕਜੁੱਟ ਹੈ। ਮੈਂ ਸਹਿਯੋਗ ਅਤੇ ਸਮਰਥਨ ਲਈ ਤਾਇਬਾਨ ਦਾ ਧੰਨਵਾਦ ਕਰਨਾ ਚਾਹਾਂਗੀ। ਅਸੀਂ ਹਰ ਪੱਧਰ ਤੇ ਤਾਇਬਾਨ ਦਾ ਸਮਰਥਨ ਕਰਾਂਗੇ। ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿੱਚ ਸਪੀਕਰ ਨੈਂਸੀ ਪੈਲੋਸੀ ਆਖਰਕਾਰ ਤਾਇਬਾਨ ਦੀ ਰਾਜਧਾਨੀ ਤਾਈਪੇ ਪਹੁੰਚੇ। ਅਮਰੀਕੀ ਨੇਵੀ ਅਤੇ 에ਅਰ ਫੋਰਸ ਦੇ 24 ਐਡਵਾਂਸ ਫਾਇਰ ਜੈਟਸ ਨੇ ਨੈਂਸੀ ਦੇ ਜਹਾਜ਼ ਨੂੰ ਐਸਕॉर्ट ਕੀਤਾ। ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਨੇ ਬੁੱਧਵਾਰ ਨੂੰ ਕਿਹਾ ਕਿ ਤਾਇਬਾਨ ਦੇ ਦੌਰੇ ਤੇ ਆਇਆ ਅਮਰੀਕੀ ਵਫਦ ਇਹ ਸੁਨੇਹਾ ਦੇ ਰਿਹਾ ਹੈ ਕਿ ਅਮਰੀਕਾ ਸਵੈ ਸ਼ਾਸਤ ਟਾਪੂ ਪ੍ਰਤੀ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟੇਗਾ। ਉਹਨਾਂ ਨੇ ਕਿਹਾ ਕਿ ਤਾਇਬਾਨ ਨੂੰ ਅਮਰੀਕਾ ਇਕੱਲਿਆਂ ਨਹੀਂ ਛੱਡੇਗਾ ਅਤੇ ਉਸ ਦੀ ਰੱਖਿਆ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਚੀਨੀ ਵਿਰੋਧ ਦੇ ਬਾਵਜੂਦ ਪੈਲੋਸੀ ਦੀ ਅਗਵਾਈ ਵਾਲੀ ਹੇਠਲੇ ਵਫਦ ਨੇ ਤਾਇਬਾਨ ਵਿੱਚ ਕਈ ਪ੍ਰੋਗਰਾਮਾਂ 'ਚ ਸ਼ਮੂਲੀਅਤ ਕੀਤੀ। ਇਸ ਮਗਰੋਂ ਨੈਂਸੀ ਪੈਲੋਸੀ ਤਾਇਬਾਨ ਤੋਂ ਦੱਖਣੀ ਕੋਰੀਆ ਲਈ ਰਵਾਨਾ ਹੋ ਗਈ। ਤਾਇਬਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨਾਲ ਮੀਟਿੰਗ ਦੌਰਾਨ ਆਪਣੇ ਸੰਖੇਪ ਭਾਸ਼ਣ ਵਿੱਚ ਪੈਲੋਸੀ ਨੇ ਕਿਹਾ, ਅੱਜ ਦੁਨੀਆ ਸਾਹਮਣੇ ਲੋਕਤੰਤਰ ਅਤੇ ਤਾਨਾਸ਼ਾਹੀ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਚੁਣੌਤੀ ਹੈ। ਤਾਇਬਾਨ ਅਤੇ ਦੁਨੀਆ ਭਰ 'ਚ ਸਾਰੀਆਂ ਥਾਵਾਂ ਤੇ ਲੋਕਤੰਤਰ ਦੀ ਰੱਖਿਆ ਨੂੰ ਲੈ ਕੇ ਅਮਰੀਕਾ ਆਪਣੀ ਵਚਨਬੱਧਤਾ ਪ੍ਰਤੀ ਵਾਜਬ ਹੈ। ਤਾਇਬਾਨ ਨੂੰ ਆਪਣਾ ਇਲਾਕਾ ਦੱਸਣ ਅਤੇ ਉੱਥੋਂ ਦੇ ਅਧਿਕਾਰੀਆਂ ਵੱਲੋਂ ਹੋਰ ਮੁਲਕਾਂ ਨਾਲ ਗੱਲਬਾਤ ਕਰਨ ਦਾ ਵਿਰੋਧ ਕਰਨ ਵਾਲੇ ਚੀਨ ਨੇ ਅਮਰੀਕੀ ਵਫਦ ਦੇ ਮੰਗਲਵਾਰ ਰਾਤ ਤਾਇਬਾਨ ਦੀ ਰਾਜਧਾਨੀ ਤਾਈਪੇ ਪਹੁੰਚਣ ਮਗਰੋਂ ਟਾਪੂ ਦੇ ਚਾਰੇ ਪਾਸੇ ਫੌਜੀ ਮਸ਼ਕਾਂ ਦਾ ਐਲਾਨ ਕਰ ਦਿੱਤਾ ਅਤੇ ਸਖਤ ਬਿਆਨ ਜਾਰੀ ਕੀਤੇ। ਚੀਨ ਨੇ ਤਾਇਬਾਨ ਤੋਂ ਫਲਾਂ ਤੇ ਮੱਛੀ ਸਮੇਤ ਕੁਝ ਹੋਰ ਵਸਤਾਂ ਦੀ ਦਰਾਮਦ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਚੀਨ ਨੇ ਕਈ ਫਾਇਰ ਜੈਟ ਵੀ ਤਾਇਨਾਤ ਕੀਤੇ ਨੇ ਅਤੇ ਜਾਣਕਾਰੀ ਮੁਤਾਬਕ ਕੁਝ ਜੈਟਾਂ ਨੇ ਸਰਹੱਦੀ ਇਲਾਕਿਆਂ 'ਚ ਉਡਾਣਾਂ ਵੀ ਭਰੀਆਂ ਨੇ। ਚੀਨ ਨੇ ਤਾਇਬਾਨ ਨੂੰ ਆਜ਼ਾਦ ਕਰਵਾਉਣ ਲਈ ਸਰਗਰਮ ਕੁਝ ਜਥੇਬੰਦੀਆਂ ਤੇ ਅਦਾਰਿਆਂ ਖਿਲਾਫ ਸਖਤ ਕਦਮ ਉਠਾਉਣ ਦੀ ਚੇਤਾਵਨੀ ਵੀ ਦਿੱਤੀ ਹੈ। ਅਮਰੀਕਾ ਦੇ ਸੂਬੇ ਇੰਡੀਆਨਾ ਦੀ ਸਾਂਸਦ ਕਾਂਗਰਸ ਵੂਮਨ ਜ਼ੈਕੀ ਬਲੋਰਾਸਕੀ ਅਤੇ ਉਹਨਾਂ ਦੇ ਨਾਲ ਉਹਨਾਂ ਦੇ 2 ਸਟਾਫ ਮੈਂਬਰ ਅਤੇ ਇੱਕ ਹੋਰ ਚੌਥਾ ਵਿਅਕਤੀ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ। ਰਿਪਬਲਿਕਨ ਰਿਪਰੈਜ਼ੈਂਟੇਟਿਵ ਯੂਐਸ ਦੀ ਜ਼ੈਕੀ ਸਮੇਤ ਅੱਜ ਬੁੱਧਵਾਰ ਨੂੰ ਹੋਏ ਕਾਰ ਸੜਕ ਹਾਦਸੇ ਵਿੱਚ 4 ਲੋਕ ਮਾਰੇ ਗਏ। ਉਹਨਾਂ ਨਾਲ ਇੰਡੀਆਨਾ ਜ਼ਿਲ੍ਹੇ ਦੇ 2 ਸਟਾਫ ਮੈਂਬਰ ਸਮੇਤ ਦੂਸਰੇ ਵਾਹਨ ਦੇ ਡਰਾਈਵਰ ਸਮੇਤ ਕੁੱਲ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਐਲਕਾਰਟ ਕਾਉਂਟੀ ਇੰਡੀਆਨਾ ਦੇ ਸੂਬੇ ਵਿੱਚ ਦੁਪਹਿਰ ਕਰੀਬ 12:30 ਵਜੇ ਦੇ ਕਰੀਬ ਵਾਪਰਿਆ, ਜਦੋਂ ਇੱਕ ਕਾਰ ਨੇ ਸੈਂਟਰ ਲਾਈਨ ਨੂੰ ਪਾਰ ਕਰ ਗਈ ਅਤੇ ਉਹਨਾਂ ਦੀ ਕਾਰ ਨਾਲ ਜਾ ਟਕਰਾਈ, ਜਿਸ ਵਿੱਚ ਬਲੋਰਾਸਕੀ ਸਵਾਰ ਸੀ। ਜ਼ੈਕੀ ਉਸਦੇ 2 ਹੋਰ ਸਟਾਫ ਮੈਂਬਰ ਅਤੇ ਦੂਜੇ ਵਾਹਨ ਦਾ ਡਰਾਈਵਰ, ਜਿਸ ਦੀ ਪਹਿਚਾਣ ਉਮਰ 55 ਸਾਲਾ ਵਜੋਂ ਹੋਈ ਹੈ, ਦੀ ਵੀ ਹਾਦਸੇ ਵਿੱਚ ਮੌਤ ਹੋ ਗਈ। ਮਾਰੀ ਗਈ ਕਾਂਗਰਸ ਵੂਮਨ ਜ਼ੈਕੀ ਅਤੇ ਉਸਦੇ 2 ਸਟਾਫ ਮੈਂਬਰ ਐਮਾ ਥਾਮਸਨ ਅਤੇ ਜ਼ੈਕ ਪੌਟਸ ਵੀ ਮਾਰੇ ਗਏ। ਇੰਡੀਆਨਾ ਸੂਬੇ ਦੇ ਗਵਰਨਰ ਐਰਿਕ ਅਤੇ ਸਾਰੇ ਅਮਰੀਕੀ ਸਾਂਸਦਾਂ ਨੇ ਉਹਨਾਂ ਦੀ ਮੌਤ ਤੇ ਬੁੱਧਵਾਰ ਨੂੰ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ੈਕੀ ਨੇ ਸੰਨ 2012 ਤੋਂ ਇੰਡੀਆਨਾ ਦੇ ਦੂਜੇ ਕਾਂਗਰੈਸ਼ਨਲ ਡਿਸਟ੍ਰਿਕਟ ਲਈ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀ ਵਜੋਂ ਸੇਵਾ ਕੀਤੀ। ਉਹਨਾਂ ਨੇ ਪਹਿਲੇ ਰਾਜ ਦੀ ਵਿਧਾਨ ਸਭਾ ਵਿੱਚ 6 ਸਾਲ ਸੇਵਾ ਕੀਤੀ। ਰਿਪਬਲਿਕਨ ਰਿਪਰੈਜ਼ੈਂਟੇਟਿਵ ਜ਼ੈਕੀ ਦੇ ਦੁਖਦਾਈ ਦੇਹਾਂਤ ਤੋਂ ਹਾਊਸ ਦੀ ਸਪੀਕਰ ਨੈਂਸੀ ਵੱਲੋਂ ਕੈਪੀਟਲ ਹਿੱਲ ਵਿਖੇ ਸੋਗ ਵਜੋਂ ਅਮਰੀਕੀ ਫਲੈਗ ਝੁਕਾਇਆ ਗਿਆ। ਜ਼ੈਕੀ ਨੇ ਸਟੇਟ ਹਾਊਸ ਅਤੇ ਕਾਂਗਰਸ ਵਿੱਚ ਲਗਭਗ 2 ਦਹਾਕਿਆਂ ਤੱਕ ਇਮਾਨਦਾਰੀ ਅਤੇ ਸਿਧਾਂਤਾਂ ਨਾਲ ਇੰਡੀਆਨਾ ਸੂਬੇ ਦੀ ਸੇਵਾ ਕੀਤੀ। ਉਹਨਾਂ ਨੇ ਅਤੇ ਉਹਨਾਂ ਦੇ ਪਤੀ ਨੇ ਪਹਿਲਾਂ ਰੋਮਾਨੀਆ ਵਿੱਚ ਈਸਾਈ ਮਿਸ਼ਨਰੀ ਸਨ, ਜਿੱਥੇ ਉਹਨਾਂ ਨੇ ਇੱਕ ਫਾਊਂਡੇਸ਼ਨ ਸਥਾਪਿਤ ਕੀਤਾ ਸੀ ਜੋ ਗਰੀਬ ਬੱਚਿਆਂ ਨੂੰ ਭੋਜਨ ਅਤੇ ਡਾਕਟਰੀ ਸਪਲਾਈ ਮੁਫਤ ਪ੍ਰਦਾਨ ਕਰਦਾ ਸੀ। ਉਹਨਾਂ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਸਾਊਥ ਬੈਂਡ ਵਿੱਚ ਇੱਕ ਟੈਲੀਵਿਜ਼ਨ ਨਿਊਜ਼ ਰਿਪੋਰਟਰ ਵਜੋਂ ਵੀ ਕੰਮ ਕੀਤਾ। ਉਹਨਾਂ ਨੇ ਆਪਣਾ ਸਿਆਸੀ ਕਰੀਅਰ ਆਰਥਿਕਤਾ ਨੂੰ ਵਧਾਉਣ ਅਤੇ ਉੱਤਰੀ ਇੰਡੀਆਨਾ ਵਿੱਚ ਚੰਗੀਆਂ ਨੌਕਰੀਆਂ ਲਿਆਉਣ ਤੇ ਕੇਂਦਰਿਤ ਕੀਤਾ। ਉਹਨਾਂ ਨੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਦੇਖਭਾਲ ਦੀ ਲੋੜ ਵਾਲੇ ਬਜ਼ੁਰਗਾਂ ਦੀ ਵੀ ਕਾਫੀ ਮਦਦ ਕੀਤੀ। ਰੂਸ ਦੇ ਇਤਰਾਜ਼ ਦੇ ਵਿੱਚ ਫਿਨਲੈਂਡ ਅਤੇ ਸਵੀਡਨ ਨੂੰ ਅਮਰੀਕਾ ਨੇ ਨਾਰਥ ਅਟਲਾਂਟਿਕ ਟ੍ਰੀਟੀ ਸੰਗਠਨ ਯਾਨੀ ਕਿ ਨਾਟੋ ਦੀ ਮੈਂਬਰਸ਼ਿਪ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਸੰਸਦ ਦੇ ਉਪਰਾਲੇ ਸਦਨ ਵਿੱਚ ਇਸ ਦੇ ਲਈ ਬੁੱਧਵਾਰ ਨੂੰ VOTING ਹੋਈ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੀਡ ਪ੍ਰਾਈਸ ਨੇ ਕਿਹਾ ਕਿ ਇਸ ਨਾਲ ਫਿਨਲੈਂਡ ਅਤੇ ਸਵੀਡਨ ਦੇ ਨਾਟੋ ਵਿੱਚ ਸ਼ਾਮਲ ਹੋਣ ਨਾਲ ਰੱਖਿਆ ਸਹਿਯੋਗ ਨੂੰ ਮਜ਼ਬੂਤੀ ਮਿਲੇਗੀ ਅਤੇ ਇਸ ਨਾਲ ਪੂਰੇ ਟ੍ਰਾਂਸਟਲਾਂਟਿਕ ਗੱਠਜੋੜ ਨੂੰ ਫਾਇਦਾ ਪਹੁੰਚੇਗਾ। ਅਮਰੀਕਾ ਨੇ ਰੂਸ ਦੀ ਟੈਂਸ਼ਨ ਨੂੰ ਹੋਰ ਜ਼ਿਆਦਾ ਵਧਾ ਦਿੱਤਾ। ਅਮਰੀਕਾ ਨੇ ਫਿਨਲੈਂਡ ਸਵੀਡਨ ਨੂੰ ਨਾਟੋ ਦੀ ਮੈਂਬਰਸ਼ਿਪ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਸ਼ੇ ਤੇ ਨੀਡ ਪ੍ਰਾਈਸ ਨੇ ਕਿਹਾ ਕਿ ਅਮਰੀਕੀ ਸੈਨੇਟ ਵੱਲੋਂ ਸਵੀਡਨ ਅਤੇ ਫਿਨਲੈਂਡ ਦੀ ਨਾਟੋ ਮੈਂਬਰਸ਼ਿਪ ਨੂੰ ਮਨਜ਼ੂਰੀ ਦਿੱਤੀ ਜਾਣੀ ਸਾਡੇ ਲੰਬੇ ਸਮੇਂ ਦੇ ਸਾਂਝੇਦਾਰੀ
ਸਾਂਝੇਦਾਰਾਂ ਨੂੰ ਮਿਲਣ ਵਾਲੇ ਅਮਰੀਕੀ ਸਹਿਯੋਗ ਨੂੰ ਦਰਸਾਉਂਦਾ ਹੈ। ਇਹ ਪੱਛਮ ਸੈਨਿਕ ਗੱਠਜੋੜ ਦੇ ਵਿਸਤਾਰ ਵਿੱਚ ਅਹਿਮ ਕਦਮ ਮੰਨਿਆ ਜਾ ਰਿਹਾ। ਨਾਟੋ ਦੇ ਨਵੇਂ ਮੈਂਬਰ ਬਣਨ ਲਈ ਇਤਿਹਾਸਕ ਬਹਿਸ ਅਤੇ ਮਤਦਾਨ ਦਾ ਗਵਾਹ ਬਣਨ ਦੇ ਲਈ ਸੈਨੇਟ ਨੇ ਦੇਸ਼ਾਂ ਦੇ ਰਾਜਦੂਤਾਂ ਨੂੰ ਸੱਦਾ ਦਿੱਤਾ ਸੀ। ਰਾਸ਼ਟਰਪਤੀ ਜੋ ਬਾਈਡਨ ਨੇ ਦੋ ਸਾਬਕਾ ਗੈਰ ਸੈਨਿਕ ਉੱਤਰੀ ਯੂਰਪੀ ਸਾਂਝੇਦਾਰਾਂ ਨੂੰ ਸੈਨਿਕ ਗੱਠਜੋੜ ਵਿੱਚ ਸ਼ਾਮਲ ਕਰਨ ਲਈ ਮਨਜ਼ੂਰੀ ਦੇਣ ਅਤੇ ਇਸ ਦੀ ਦੋ ਦਲੀ ਸੰਸਦ ਵਿੱਚ ਪੁਸ਼ਟੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਸੀ। ਦੂਜੇ ਪਾਸੇ ਨਾਟੋ ਦੇ 30 ਹੋਰ ਮੈਂਬਰ ਦੇਸ਼ ਸਵੀਡਨ ਅਤੇ ਫਿਨਲੈਂਡ ਨੂੰ ਨਵੇਂ ਮੈਂਬਰ ਦੇ ਤੌਰ ਤੇ ਸ਼ਾਮਲ ਕਰਨ ਦੀ ਪ੍ਰਕਿਰਿਆ ਤੇ ਵਿਚਾਰ ਕਰ ਰਹੇ ਨੇ। ਦੱਸ ਦਈਏ ਕਿ ਦੋਵੇਂ ਦੇਸ਼ਾਂ ਦੇ ਰੁਖ ਵਿੱਚ ਇਸ ਸਾਲ 24 ਫਰਵਰੀ ਨੂੰ ਰੂਸ ਦੁਆਰਾ ਯੂਕਰੇਨ ਤੇ ਕੀਤੇ ਗਏ ਹਮਲੇ ਤੋਂ ਬਾਅਦ ਵੱਡਾ ਬਦਲਾਅ ਆਇਆ। ਅਮਰੀਕਾ ਤੇ ਯੂਰਪ ਨੇ ਰੂਸ ਨੂੰ ਅਲੱਗ-ਥਲੱਗ ਕਰਨ ਲਈ ਕਈ ਤਰ੍ਹਾਂ ਦੀਆਂ ਰਣਨੀਤੀਆਂ ਬਣਾਈਆਂ। ਅਮਰੀਕਾ ਨੇ ਅਲ-ਕਾਇਦਾ ਦੇ ਮੁਖੀ ਆਇਮਨ ਅਲ-ਜ਼ਵਾਹਿਰੀ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੁਰੱਖਿਅਤ ਪਨਾਹਗਾਹ ਵਿੱਚ 2 ਨਰਕ ਫਾਇਰ ਮਿਜ਼ਾਈਲਾਂ ਨਾਲ ਮਾਰ ਦਿੱਤਾ। ਅਮਰੀਕਾ ਦੀ ਇਸ ਕਾਰਵਾਈ ਤੋਂ ਬਾਅਦ ਅਲ-ਕਾਇਦਾ ਦੇ ਅੱਤਵਾਦੀਆਂ ਤੋਂ ਜਵਾਬੀ ਕਾਰਵਾਈ ਦਾ ਡਰ ਹੋਰ ਡੂੰਘਾ ਹੋ ਗਿਆ ਹੈ। ਨਿਊਜ਼ ਏਜੰਸੀ ANI ਦੀ ਰਿਪੋਰਟ ਮੁਤਾਬਕ ਅਲ-ਕਾਇਦਾ ਦੇ ਮੁਖੀ ਆਇਮਨ ਅਲ-ਜ਼ਵਾਹਿਰੀ ਦੀ ਮੌਤ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰਾਲਾ ਨੇ ਦੁਨੀਆ ਭਰ ਵਿੱਚ ਅਲਰਟ ਜਾਰੀ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਅਲ-ਜ਼ਵਾਹਿਰੀ ਦੀ ਹੱਤਿਆ ਤੋਂ ਬਾਅਦ ਅਲ-ਕਾਇਦਾ ਸਮਰਥਕ ਜਾਂ ਉਸ ਨਾਲ ਜੁੜੇ ਅੱਤਵਾਦੀ ਸੰਗਠਨ ਅਮਰੀਕੀ ਦਫ਼ਤਰਾਂ, ਕਰਮਚਾਰੀਆਂ ਜਾਂ ਨਾਗਰਿਕਾਂ ਤੇ ਹਮਲੇ ਦੀ ਕੋਸ਼ਿਸ਼ ਕਰ ਸਕਦੇ ਨੇ, ਕਿਉਂਕਿ ਅੱਤਵਾਦੀ ਹਮਲੇ ਅਕਸਰ ਬਿਨਾਂ ਕਿਸੇ ਚੇਤਾਵਨੀ ਦੇ ਹੁੰਦੇ ਨੇ। ਇਸ ਲਈ ਅਮਰੀਕੀ ਨਾਗਰਿਕਾਂ ਨੂੰ ਉੱਚ ਚੌਕਸ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਨਾਗਰਿਕਾਂ ਨੂੰ ਵੀ ਵਿਦੇਸ਼ ਯਾਤਰਾ ਦੌਰਾਨ ਬਹੁਤ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ 31 ਜੁਲਾਈ 2022 ਨੂੰ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਅੱਤਵਾਦ ਦੇ ਖਿਲਾਫ ਇੱਕ ਸਟੀਕ ਹਵਾਈ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਉਸਾਮਾ ਬਿਨ ਲਾਦੇਨ ਦਾ ਉੱਤਰਾਧਿਕਾਰੀ ਆਇਮਨ ਅਲ-ਜ਼ਵਾਹਿਰੀ ਮਾਰਿਆ ਗਿਆ। ਅਲ-ਜ਼ਵਾਹਿਰੀ 11 ਸਤੰਬਰ 2001 ਨੂੰ ਸੰਯੁਕਤ ਰਾਜ ਵਿੱਚ ਵਰਲਡ ਟ੍ਰੇਡ ਸੈਂਟਰ ਉੱਤੇ ਹੋਏ ਹਮਲਿਆਂ ਦਾ ਮਾਸਟਰਮਾਈਂਡ ਸੀ। ਅਲ-ਜ਼ਵਾਹਿਰੀ ਦੀ ਤਲਾਸ਼ ਲੰਬੇ ਸਮੇਂ ਤੋਂ ਚੱਲ ਰਹੀ ਸੀ। ਤਤਕਾਲੀ ਰਾਸ਼ਟਰਪਤੀ ਜਾਰਜ ਬੁਸ਼ ਨੇ 22 ਲੋੜੀਂਦੇ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ਵਿੱਚ ਉਸਾਮਾ ਬਿਨ ਲਾਦੇਨ ਦੇ ਨਾਲ ਜ਼ਵਾਹਿਰੀ ਦਾ ਨਾਮ ਸਭ ਤੋਂ ਉੱਪਰ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਕਿ ਅਮਰੀਕਾ ਨੇ ਕਾਬੁਲ ਵਿੱਚ ਇੱਕ ਡਰੋਨ ਹਮਲੇ 'ਚ ਮੋਸਟ ਵਾਂਟਡ ਅੱਤਵਾਦੀ ਆਇਮਨ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ। ਜ਼ਵਾਹਿਰੀ ਦੁਨੀਆ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਸੀ। ਇਸ ਦੇ ਨਾਲ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਲ-ਕਾਇਦਾ ਨੇਤਾ ਦੇ ਮਾਰੇ ਜਾਣ ਤੋਂ ਬਾਅਦ ਦੁਨੀਆ ਸੁਰੱਖਿਅਤ ਹੋ ਗਈ ਹੈ। ਅਮਰੀਕਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਇੱਕ ਪੰਜਾਬਣ ਨੇ ਸ਼ੇਅਰ ਕੀਤੀ। ਵੀਡੀਓ ਵਿੱਚ ਪੰਜਾਬਣ ਨੇ ਆਪਣੇ ਤੇ ਹੋ ਰਹੇ ਜ਼ੁਲਮਾਂ ਨੂੰ ਬਿਆਨ ਕੀਤਾ। ਵੀਡੀਓ ਵਿੱਚ ਪੰਜਾਬਣ ਰੋਂਦੇ ਹੋਏ ਦਿਸਦੀ ਹੈ ਕਿ ਮੈਂ ਅੱਜ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ। ਇਹ ਵੀ ਦੱਸਦੀ ਹੈ, ਮੇਰੇ ਵਿਆਹ ਨੂੰ 8 ਸਾਲ ਹੋ ਚੁੱਕੇ ਨੇ। ਇਸ ਦੌਰਾਨ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਹੁਣ ਰੋਜ਼ ਕੁੱਟ ਨਹੀਂ ਖਾਧੀ ਜਾਂਦੀ। ਪਤੀ ਰੋਜ਼ ਮੈਨੂੰ ਕੁੱਟਦਾ ਹੈ। ਮੈਨੂੰ ਆਸ ਹੈ ਕਿ ਇੱਕ ਦਿਨ ਉਹ ਸੁਧਰ ਜਾਏਗਾ, ਪਰ ਅਜਿਹਾ ਨਹੀਂ ਹੋਇਆ। ਪਤੀ ਦੇ ਬਹੁਤ ਸਾਰੀਆਂ ਔਰਤਾਂ ਨਾਲ ਸੰਬੰਧ ਨੇ। 2.5 ਸਾਲ ਤੱਕ ਜਦੋਂ ਭਾਰਤ ਵਿੱਚ ਸੀ ਤਾਂ ਉੱਥੇ ਵੀ ਉਸਦੇ ਕਈ ਔਰਤਾਂ ਨਾਲ ਅਫੇਅਰ ਹੋਏ। ਉਹ ਮੈਨੂੰ ਸ਼ਰਾਬ ਪੀ ਕੇ ਮਾਰਦਾ ਸੀ, ਦੂਸਰੀ ਜਨਾਨੀ ਨਾਲ ਰਹਿੰਦਾ ਸੀ। ਮੇਰੇ ਪਿਤਾ ਦੁਆਰਾ ਕੇਸ ਕਰਨ ਤੇ ਉਸਨੇ ਮੇਰੇ ਤੋਂ ਮਾਫੀ ਮੰਗੀ। ਮੈਂ ਉਸਨੂੰ ਮਾਫੀ ਕਰ ਦਿੱਤਾ, ਪਰ ਉਸ ਵਿੱਚ ਕੋਈ ਸੁਧਾਰ ਨਹੀਂ ਹੋਇਆ। ਅਖੀਰ ਅੱਜ ਮੈਂ ਖੁਦਕੁਸ਼ੀ ਕਰਨ ਦਾ ਫੈਸਲਾ ਲਿਆ। ਮੇਰੇ ਸੱਸ ਸਹੁਰੇ ਨੇ ਮੇਰਾ ਸਾਥ ਨਹੀਂ ਦਿੱਤਾ। ਡੈਡੀ ਜੀ ਮੈਨੂੰ ਮਾਫ ਕਰ ਦੇਣ, ਮੇਰੇ ਤੋਂ ਹੁਣ ਹੋਰ ਸਹਿਣ ਨਹੀਂ ਹੁੰਦਾ। ਇਹ ਸਾਰੀਆਂ ਗੱਲਾਂ ਉਸ ਪੰਜਾਬਣ ਨੇ ਕਹੀਆਂ ਜਿਸ ਨੇ ਆਪਣੇ ਪਤੀ ਤੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਅਮਰੀਕਾ ਦੇ ਵਿੱਚ ਖੁਦਕੁਸ਼ੀ ਕਰ ਲਈ। ਅਮਰੀਕਾ 'ਚ ਕੈਲੀਫੋਰਨੀਆ ਦੇ ਗਵਰਨਰ ਨੇ ਮੰਕੀ ਪੌਕਸ ਦੇ ਪ੍ਰਕੋਪ ਨੂੰ ਜਲਦੀ ਤੋਂ ਜਲਦੀ ਰੋਕਣ ਦੀ ਕੋਸ਼ਿਸ਼ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। 3 ਦਿਨਾਂ ਵਿੱਚ ਅਜਿਹਾ ਕਦਮ ਚੁੱਕਣ ਵਾਲਾ ਇਹ ਦੇਸ਼ ਦਾ ਦੂਜਾ ਰਾਜ ਹੈ। ਕਲੀਸ ਟਾਈਮਜ਼ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਗਵਰਨਰ ਗੈਵਨ ਨਿਊਜ਼ਮ ਨੇ ਕਿਹਾ ਕਿ ਇਹ ਕਦਮ ਕੈਲੀਫੋਰਨੀਆ ਸਰਕਾਰ ਵਿਆਪੀ ਪ੍ਰਤੀਕਿਰਿਆ ਦੇ ਤਾਲਮੇਲ ਵਿੱਚ ਮਦਦ ਕਰਨ, ਹੋਰ ਟੀਕਿਆਂ ਦੀ ਮੰਗ, ਲੋਕਾਂ ਦੇ ਇਲਾਜ, ਵੈਕਸੀਨ ਪਹੁੰਚਾਉਣ ਅਤੇ ਸਿੱਖਿਆ ਦੇ ਯਤਨਾਂ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਚੁੱਕਿਆ ਗਿਆ ਸੀ। ਨਿਊਜ਼ਮ ਨੇ ਇੱਕ ਬਿਆਨ ਵਿੱਚ ਕਿਹਾ, ਅਸੀਂ ਵੱਧ ਤੋਂ ਵੱਧ ਵੈਕਸੀਨ ਨੂੰ ਸੁਰੱਖਿਅਤ ਕਰਨ, ਇਸ ਦੇ ਖਤਰਿਆਂ ਨੂੰ ਘੱਟ ਕਰਨ ਦੇ ਤਰੀਕੇ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਭਾਈਚਾਰੇ ਦੇ ਨਾਲ ਖੜੇ ਹੋਣ ਲਈ ਸੰਘੀ ਸਰਕਾਰ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਰਾਜ ਦੇ ਜਨਤਕ ਸਿਹਤ ਅਧਿਕਾਰੀਆਂ ਦੇ ਅਨੁਸਾਰ ਕੈਲੀਫੋਰਨੀਆ ਵਿੱਚ ਮੰਕੀ ਪੌਕਸ ਦੇ ਲਗਭਗ 800 ਮਾਮਲੇ ਸਾਹਮਣੇ ਆਏ ਨੇ। ਤਾਲਿਬਾਨ ਸਿਆਸਤ ਅਫਗਾਨਿਸਤਾਨ ਵਿੱਚ ਘੱਟ ਗਿਣਤੀਆਂ ਤੇ ਵੱਧ ਰਹੇ ਜ਼ੁਲਮ ਦੇ ਮੱਦੇਨਜ਼ਰ 30 ਅਫਗਾਨ ਸਿੱਖਾਂ ਦਾ ਜੱਥਾ ਕਾਬੁਲ ਤੋਂ ਦਿੱਲੀ ਪਹੁੰਚਿਆ। ਇਹ ਅਫਗਾਨ ਨਾਗਰਿਕ ਹਵਾਈ ਜਹਾਜ਼ ਰਾਹੀਂ ਭਾਰਤ ਪੁੱਜੇ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਅਫਗਾਨਿਸਤਾਨ ਵਿੱਚ ਹੱਲੇ ਵੀ 110 ਸਿੱਖ ਰਹਿ ਗਏ ਨੇ, ਜਦਕਿ 61 ਵੀਜ਼ਾ ਅਰਜ਼ੀਆਂ ਭਾਰਤ ਸਰਕਾਰ ਕੋਲ ਫੈਸਲੇ ਦੀ ਉਡੀਕ 'ਚ ਨੇ। ਜਦੋਂ ਆਸਮਾਨ ਤੋਂ ਇੱਕ ਬੇਸਬਾਲ ਦੇ ਆਕਾਰ ਦੇ ਗੜੇ ਪੈਂਦੇ ਨੇ ਤਾਂ ਕਿਹੋ ਜਿਹਾ ਲੱਗੇਗਾ। ਕੈਨੇਡਾ ਦੇ ਲੋਕਾਂ ਨੂੰ ਪਿਛਲੇ ਦਿਨੀ ਅਜਿਹੀ ਤਬਾਹੀ ਦਾ ਸਾਹਮਣਾ ਕਰਨਾ ਪਿਆ।
ਕੈਨੇਡਾ 'ਚ ਸੋਮਵਾਰ ਨੂੰ ਭਾਰੀ ਗੜੇਮਾਰੀ ਹੋਈ। ਇਸ ਦੌਰਾਨ ਡਿੱਗੇ ਗੜਿਆਂ ਦਾ ਆਕਾਰ 10 ਸੈਂਟੀਮੀਟਰ ਤੋਂ ਜ਼ਿਆਦਾ ਸੀ। ਅਜਿਹੇ 'ਚ ਜੋ ਲੋਕ ਗੜੇਮਾਰ ਦੀ ਲਪੇਟ 'ਚ ਆਏ ਉਹ ਸ਼ਾਇਦ ਹੀ ਇਸ ਘਟਨਾ ਨੂੰ ਭੁੱਲ ਸਕਣ। ਕੈਨੇਡਾ 'ਚ ਇਸ ਗੜੇਮਾਰੀ ਕਾਰਨ ਆਮ ਲੋਕਾਂ ਦੇ ਨਾਲ ਸੜਕ ਤੇ ਖੜੇ ਵਾਹਨਾਂ 'ਚ ਭਾਰੀ ਨੁਕਸਾਨ ਹੋਇਆ। ਭਾਰਤ 'ਚ ਮੌਨਸੂਨ ਦੌਰਾਨ ਕਈ ਸੂਬਿਆਂ ਵਿੱਚ ਗੜਿਆਂ ਦੀ ਬਾਰਿਸ਼ ਹੁੰਦੀ ਹੈ। ਇਸ ਦੌਰਾਨ ਗੜਿਆਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਇਹ ਆਮ ਤੌਰ ਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਪਰ ਫਿਰ ਵੀ ਗੜੇ ਪੈਣ ਤੇ ਲੋਕ ਬਾਹਰ ਨਹੀਂ ਨਿਕਲਦੇ। ਦਰਅਸਲ ਅਸਮਾਨ ਤੋਂ ਜ਼ਮੀਨ ਤੇ ਡਿੱਗਣ ਵਾਲੇ ਗੜਿਆਂ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਛੋਟੇ ਹੋਣ ਦੇ ਬਾਵਜੂਦ ਕਿਸੇ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਅਜਿਹੀ ਸਥਿਤੀ ਵਿੱਚ ਤੁਸੀਂ ਸੋਚੋ, ਜਦੋਂ ਕੈਨੇਡਾ ਵਿੱਚ ਬੇਸਬਾਲ ਦੇ ਆਕਾਰ ਦੇ ਗੜੇ ਡਿੱਗੇ ਹੋਣਗੇ ਤਾਂ ਲੋਕਾਂ ਨੂੰ ਕੀ ਮਹਿਸੂਸ ਹੋਇਆ ਹੋਵੇਗਾ। ਕੈਨੇਡਾ ਵਿੱਚ 2 ਪੰਜਾਬੀ ਨੌਜਵਾਨਾਂ ਦੀ ਵੱਖ-ਵੱਖ ਸੜਕ ਹਾਦਸਿਆਂ ਵਿੱਚ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਨਿਊਫਾਊਂਡਲੈਂਡ ਐਂਡ ਲੈਬਰਾਡੋਰ ਸੂਬੇ ਵਿੱਚ ਤੇਜ਼ ਬਾਰਿਸ਼ ਕਾਰਨ ਵਾਪਰੇ ਹਾਦਸੇ ਦੌਰਾਨ ਸੰਦੀਪ ਸਿੰਘ ਧਾਲੀਵਾਲ ਦਮ ਤੋੜ ਗਏ, ਜਦਕਿ BC ਵਿਖੇ ਜਸਕੀਰਤ ਸਿੰਘ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। RCMP ਨੇ ਦੱਸਿਆ ਕਿ ਸੈਂਟ ਜੌਹਨ ਦੇ ਪੱਛਮ ਵੱਲ ਸੋਲਜਰਸ ਪੌਂਡ ਨੇੜੇ ਟਰਾਂਸ ਕੈਨੇਡਾ ਹਾਈਵੇ ਤੇ ਸ਼ਨੀਚਰਵਾਰ ਬਾਅਦ ਦੁਪਹਿਰ ਇੱਕ ਕਾਰ ਬੇਕਾਬੂ ਹੋ ਗਈ ਅਤੇ ਕਈ ਪਲਟੀਆਂ ਖਾਂਦੀਆਂ ਹੋਈਆਂ ਹਾਈਵੇ ਦੇ ਵਿਚਕਾਰ ਬਣੇ ਡਿਵਾਈਡਰ ਤੇ ਜਾ ਚੜੀ। ਪੈਰਾਮੈਡਿਕਸ ਵੱਲੋਂ ਸੰਦੀਪ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਸ ਦੇ ਲੱਖ ਯਤਨਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਕੈਨੇਡਾ ਵਿੱਚ ਭਾਰਤੀ ਮੂਲ ਦੀ MLA ਇੱਕ ਨੌਜਵਾਨ ਦੀ ਜਾਨ ਬਚਾਉਣ ਲਈ ਸਾਨ ਦੇ ਨਾਲ ਭਿੜ ਗਈ। ਐਲਬਰਟਾ ਦੇ ਚੈਸਟਮੀਰ ਸਟ੍ਰੈਥਮੋਰ ਹਲਕੇ ਤੋਂ ਵਿਧਾਇਕ ਲੇਲਾ ਅਹੀਰ ਨੇ ਦੱਸਿਆ ਕਿ ਬੁਲਸ ਇਵੈਂਟ ਦੌਰਾਨ ਜਦੋਂ ਸਾਨ ਨੇ ਨੌਜਵਾਨ ਤੇ ਹਮਲਾ ਕੀਤਾ ਤਾਂ ਉਹਨਾਂ ਅੰਦਰ ਮਾਂ ਦੇ ਜਜ਼ਬੇ ਨੇ ਜ਼ੋਰ ਮਾਰਿਆ ਤੇ ਉਹਨਾਂ ਨੇ ਬਗੈਰ ਕਿਸੇ ਘਬਰਾਹਟ ਤੋਂ ਸਾਨ ਨੂੰ ਰੁਕਣਾ ਸ਼ੁਰੂ ਕਰ ਦਿੱਤਾ। ਇਹ ਘਟਨਾ ਸਟ੍ਰੈਥਮੋਰ ਸਟੈਂਪੀਡ ਵਿਖੇ ਬੁਲਸ ਇਵੈਂਟ ਦੌਰਾਨ ਵਾਪਰੀ। ਇਹ ਇਵੈਂਟ 2003 ਤੋਂ ਲਗਾਤਾਰ ਇੱਥੇ ਕਰਵਾਇਆ ਜਾ ਰਿਹਾ। ਲੇਲਾ ਅਹੀਰ ਨੇ ਕਿਹਾ ਕਿ ਨੌਜਵਾਨ ਦੀ ਜਾਨ ਜਾ ਸਕਦੀ ਸੀ ਅਤੇ ਉਸ ਨੂੰ ਬਚਾਉਣ ਲਈ ਬੈਰੀਕੇਡ ਟੱਪ ਕੇ ਅੰਦਰ ਆਏ। ਸਾਨ ਨੂੰ ਰੋਕਣਾ ਸੌਖਾ ਨਹੀਂ ਸੀ, ਇਸ ਤਰ੍ਹਾਂ ਸੀ ਜਿਵੇਂ ਕਾਰ ਨੂੰ ਧੱਕਾ ਲਗਾ ਰਹੇ ਹੋਈਏ। ਲੇਲਾ ਅਹੀਰ ਦੇ ਮਦਦ ਲਈ ਪਹੁੰਚਣ ਉਪਰੰਤ ਕਈ ਲੋਕ ਹੋਰ ਵੀ ਪਹੁੰਚ ਗਏ ਤੇ ਨੌਜਵਾਨ ਨੂੰ ਸੁਰੱਖਿਅਤ ਬੈਰੀਕੇਡ ਦੇ ਦੂਜੇ ਪਾਸੇ ਲਿਜਾਇਆ ਗਿਆ। ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਦਾ ਧੰਦਾ ਅੰਨ੍ਹੇਵਾਹ ਚੱਲ ਰਿਹਾ। ਇਸ ਕਾਰਨ ਮੰਗਲਵਾਰ ਨੂੰ ਫਵਾਰਾ ਚੌਂਕ ਨੇੜੇ ਸਥਿਤ ਟਰੈਵਲ ਏਜੰਟ ਦੇ ਦਫ਼ਤਰ ਦੇ ਬਾਹਰ ਲੋਕਾਂ ਨੇ ਹੰਗਾਮਾ ਕਰ ਦਿੱਤਾ, ਜਿਸ ਤੋਂ ਬਾਅਦ ਉਕਤ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ ਲਗਾਉਣ ਵਾਲੇ ਲੋਕਾਂ ਨੇ ਦੱਸਿਆ ਕਿ ਉਹਨਾਂ ਵਿਦੇਸ਼ ਜਾਣ ਲਈ ਏਜੰਟ ਨਾਲ ਸੰਪਰਕ ਕੀਤਾ। ਉਹਨਾਂ ਨੇ ਕਿਸੇ ਤੋਂ 2 ਲੱਖ, ਕਿਸੇ ਤੋਂ 4 ਲੱਖ ਅਤੇ ਕਿਸੇ ਤੋਂ 8 ਲੱਖ ਲਏ। ਪਹਿਲਾਂ ਉਹਨਾਂ ਨੂੰ ਵੀਜ਼ਾ ਲਟਕਾਉਂਦਾ ਰਿਹਾ। 4-5 ਮਹੀਨਿਆਂ ਬਾਅਦ ਉਸਨੇ ਵੀਜ਼ਾ ਦੇ ਦਿੱਤਾ ਗਿਆ। ਜਦੋਂ ਵੀਜ਼ਾ ਲੈ ਕੇ 에ਅਰਪੋਰਟ ਪਹੁੰਚੇ ਤਾਂ ਪਤਾ ਲੱਗਾ ਕਿ ਉਹਨਾਂ ਦਾ ਵੀਜ਼ਾ ਫਰਜ਼ੀ ਹੈ। ਜਦੋਂ ਉਹਨਾਂ ਨੇ ਏਜੰਟ ਨੂੰ ਫੋਨ ਕੀਤਾ ਤਾਂ ਉਸਨੇ ਫੋਨ ਨਹੀਂ ਚੁੱਕਿਆ। ਜਦੋਂ ਉਹਨਾਂ ਨੇ ਉਸਨੂੰ ਮੈਸੇਜ ਕੀਤੇ ਤਾਂ ਉਸਨੇ ਮੈਸੇਜ ਕੈਪਚਰ ਕਰ ਲਿਆ ਤੇ ਫਿਰ ਫੋਨ ਬੰਦ ਕਰ ਦਿੱਤਾ। ਜਦੋਂ ਸਾਰੇ ਏਜੰਟ ਦੇ ਦਫ਼ਤਰ ਪਹੁੰਚੇ ਤਾਂ ਦੇਖਿਆ ਕਿ ਏਜੰਟ ਦਾ ਤਾਂ ਦਫ਼ਤਰ ਬੰਦ ਸੀ ਅਤੇ ਤਾਲਾ ਲੱਗਾ ਹੋਇਆ ਸੀ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ ਗੈਂਗਵਾਰ ਨਾਲ ਸੰਬੰਧ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ ਤੇ ਲੋਕਾਂ ਨੂੰ ਇਹਨਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਕੀਤੀ ਹੈ। ਇਹਨਾਂ 11 ਵਿੱਚੋਂ 9 ਪੰਜਾਬ ਮੂਲ ਦੇ ਨੇ। ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ ਕਿਹਾ ਕਿ ਉਹ ਸੂਬੇ ਵਿੱਚ ਹੱਤਿਆਵਾਂ ਤੇ ਗੋਲੀਬਾਰੀ ਦੇ ਮਾਮਲਿਆਂ ਨਾਲ ਸੰਬੰਧਿਤ ਹਨ ਤੇ ਲੋਕ ਉਹਨਾਂ ਦੇ ਨੇੜੇ ਜਾਣ ਤੋਂ ਬਚਣ। ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਕਿਹਾ ਕਿ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਕੋਈ ਵਿਰੋਧੀ ਗੈਂਗਸਟਰ ਉਹਨਾਂ ਨੂੰ ਨਿਸ਼ਾਨਾ ਬਣਾਏਗਾ ਤੇ ਜੇ ਕੋਈ ਉਸੇ ਸਮੇਂ ਅਣਪੋੜ ਇਹਨਾਂ ਦੇ ਨੇੜੇ ਹੋਇਆ ਤਾਂ ਉਸ ਨੂੰ ਨੁਕਸਾਨ ਹੋ ਸਕਦਾ ਹੈ। ਪੁਲਿਸ ਅਧਿਕਾਰੀ ਮੈਨੀ ਮਾਨ ਨੇ ਕਿਹਾ ਕਿ ਸੂਚੀਬੱਧ ਗੈਂਗਸਟਰ ਤੋਂ ਉਹਨਾਂ ਦੇ ਦੋਸਤਾਂ ਤੇ ਪਰਿਵਾਰਾਂ ਨੂੰ ਵੀ ਖਤਰਾ ਹੋ ਸਕਦਾ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਦੇਸ਼ ਵਿੱਚ ਮੰਕੀ ਪੌਕਸ ਦੇ 890 ਮਾਮਲਿਆਂ ਦੀ ਪੁਸ਼ਟੀ ਕਰ ਦਿੱਤੀ ਹੈ। ਸਿਹਤ ਏਜੰਸੀ ਨੇ ਦੱਸਿਆ ਕਿ ਬੁੱਧਵਾਰ ਤੱਕ ਪੁਸ਼ਟੀ ਕੀਤੇ ਮਾਮਲਿਆਂ ਵਿੱਚੋਂ 423 ਕੇਸ ਓਨਟਾਰੀਓ ਤੋਂ, 373 ਕਿਊਬੈਕ ਤੋਂ, 78 ਬ੍ਰਿਟਿਸ਼ ਕੋਲੰਬੀਆ ਤੋਂ, 13 ਅਲਬਰਟਾ ਤੋਂ, 2 ਸਚਕੈਵਨ ਅਤੇ 1 ਯੂਕਰੇਨ ਤੋਂ। ਕੈਨੇਡਾ ਦੀ ਨੈਸ਼ਨਲ ਮਾਈਕਰੋਬਾਇਓਲੋਜੀ ਲੈਬੋਰੇਟਰੀ ਮੰਕੀ ਪੌਕਸ ਦਾ ਕਾਰਨ ਬਣਨ ਵਾਲੇ ਵਾਇਰਸ ਲਈ ਡਾਇਗਨੋਸਟਿਕ ਟੈਸਟ ਕਰ ਰਹੀ ਹੈ। ਇਸ ਤੋਂ ਇਲਾਵਾ ਪ੍ਰਯੋਗਸ਼ਾਲਾ ਮੰਕੀ ਪੌਕਸ ਦੇ ਕੈਨੇਡੀਅਨ ਨਮੂਨਿਆਂ ਤੋਂ ਇੱਕ ਵਿਸਤ੍ਰਿਤ ਫਿੰਗਰਪ੍ਰਿੰਟ ਵਿਸ਼ਲੇਸ਼ਣ ਪੂਰੇ ਜੀਨੋਮ ਕ੍ਰਮ ਦਾ ਸੰਚਾਲਨ ਕਰ ਰਹੀ ਹੈ। ਕੈਨੇਡੀਅਨ ਸਰਕਾਰ ਨੇ ਇਵਿਆਮਿਊਨ ਵੈਕਸੀਨ ਦੀਆਂ 70,000 ਤੋਂ ਵੱਧ ਖੁਰਾਕਾਂ ਭੇਜੀਆਂ ਨੇ ਅਤੇ ਜਨਤਕ ਸਿਹਤ ਪ੍ਰਤੀਕਿਰਿਆਵਾਂ ਦਾ ਪ੍ਰਬੰਧਨ ਕਰਨ ਲਈ ਅਧਿਕਾਰ ਖੇਤਰ ਨਾਲ ਸਰਗਰਮੀ ਨਾਲ ਕੰਮ ਕਰ ਰਹੇ ਨੇ। ਉਧਰ ਵਿਸ਼ਵ ਸਿਹਤ ਸੰਗਠਨ ਨੇ ਮੌਜੂਦਾ ਪ੍ਰਕੋਪ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੰਕੀ ਪੌਕਸ ਇੱਕ ਵਾਇਰਲ ਬਿਮਾਰੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਇੱਕ ਲਾਗ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਦੁਆਰਾ ਫੈਲ ਸਕਦੀ ਹੈ। ਦੁਨੀਆ 'ਚ ਲੋਕਾਂ ਦੀ ਸਿਹਤ ਸੰਭਾਲ ਲਈ ਅਵਲ ਮੰਨੇ ਜਾਂਦੇ ਸਿਹਤ ਵਿਭਾਗ ਦੀ ਹਾਲਤ ਦਿਨੋ ਦਿਨ ਪਤਲੀ ਹੁੰਦੀ ਜਾ ਰਹੀ ਹੈ। ਲੋਕਾਂ 'ਚ ਅਲਬਰਟਾ ਦੇ ਸਿਹਤ ਵਿਭਾਗ ਦੀ ਮਾੜੀ ਹਾਲਤ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ।
ਜਾਣਕਾਰੀ ਮੁਤਾਬਕ ਕਲਵਟਾ ਸਰਕਾਰ ਨੇ ਪਿਛਲੇ ਸਮੇਂ ਤੋਂ ਸਿਹਤ ਵਿਭਾਗ ਦੇ ਸਟਾਫ 'ਚ ਨਾਮਾਤਰ ਵਾਧਾ ਕੀਤਾ ਹੈ ਤੇ ਬਹੁਤ ਸਾਰੇ ਸਟਾਫ ਇਸ ਸੂਬੇ 'ਚੋਂ ਬਾਹਰ ਦੂਜੇ ਸੂਬਿਆਂ 'ਚ ਚਲਾ ਗਿਆ ਹੈ, ਜਿਸ ਕਰਕੇ ਹਸਪੀਟਲਸ ਵਿੱਚ ਡਾਕਟਰਸ ਅਤੇ ਨਰਸਾਂ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਹੈ। ਇਸ ਦੇ ਨਾਲ ਮਰੀਜ਼ਾਂ ਨੂੰ ਆਪਣੇ ਇਲਾਜ ਤੇ ਚੈੱਕਅਪ ਲਈ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ। ਇਹ ਵੀ ਪਤਾ ਲੱਗਾ ਹੈ ਕਿ ਇਸ ਸੂਬੇ ਵਿੱਚ ਵੱਧ ਰਹੀ ਆਬਾਦੀ ਮੁਤਾਬਕ ਸਿਹਤ ਵਿਭਾਗ ਕੋਲ ਵੀ MI ਭਾਵ ਐਮਰਜੈਂਸੀ ਵੈਨਾਂ ਦੀ ਵੀ ਬਹੁਤ ਘਾਟ ਹੈ ਤੇ ਇਸ ਸੂਬੇ ਨੂੰ ਕੇਵਲ 6 ਐਮਰਜੈਂਸੀ ਵੈਨਾਂ ਪਿਛਲੇ ਹਫ਼ਤੇ ਮਿਲੀਆਂ ਤੇ ਫਿਰ ਵੀ ਜਦੋਂ ਕੋਈ ਮਰੀਜ਼ ਐਮਰਜੈਂਸੀ ਕਾਲ ਕਰਦਾ ਹੈ ਤਾਂ ਕਾਫੀ ਸਮਾਂ ਲੱਗ ਜਾਂਦਾ ਹੈ ਉਸ ਵੈਨ ਨੂੰ ਮਰੀਜ਼ ਤੱਕ ਪਹੁੰਚਣ ਸਮੇਂ। ਸੂਬੇ ਦੇ ਸਿਟੀ ਮੇਅਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਮੁਸੀਬਤ ਨੂੰ ਉਹ ਜਲਦੀ ਤੋਂ ਜਲਦੀ ਨਜਿੱਠ ਰਹੇ ਨੇ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਸਿਹਤ ਵਿਭਾਗ ਨੂੰ ਫਿਰ ਤੋਂ ਨਿਰੋਗ ਕੀਤਾ ਜਾਏ। ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਮੌਲੇਧਾਰ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਤੱਕ ਪਹੁੰਚ ਗਈ ਹੈ। ਅਖਬਾਰ ਡੌਨ ਨੇ ਬੁੱਧਵਾਰ ਨੂੰ ਖਬਰ ਦਿੱਤੀ ਕਿ ਕਈ ਜ਼ਿਲ੍ਹੇ ਮੀਂਹ ਅਤੇ ਹੜ੍ਹ ਨਾਲ ਪ੍ਰਭਾਵਿਤ ਹੋਏ, ਕਈ ਘਰ ਤਬਾਹ ਹੋਏ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਝੌਬ, ਕਿਲਾ, ਸੈਫੁੱਲਾ ਆਦਿ ਜਗ੍ਹਾ ਤੇ ਮੀਂਹ ਦੀਆਂ ਖਬਰਾਂ ਨੇ। ਝੌਬ ਵਿੱਚ ਇੱਕ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਇੱਕ ਵਿਅਕਤੀ ਅਤੇ ਉਸ ਦਾ ਪੁੱਤਰ ਮੌਸਮੀ ਨਾਲੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਚਾਨਕ ਹੜ੍ਹ ਵਿੱਚ ਰੁੜ ਗਏ। ਵੱਖ-ਵੱਖ ਥਾਵਾਂ ਤੇ ਮੀਂਹ ਪਿਆ, ਹੜ੍ਹ ਆਇਆ ਤੇ ਲੋਕਾਂ ਦੀਆਂ ਮੌਤਾਂ ਹੋਈਆਂ। ਬਾਲੀਵੁੱਡ ਐਕਟਰ ਆਮਿਰ ਖਾਨ ਬੁੱਧਵਾਰ ਨੂੰ ਜਲੰਧਰ ਸ਼ਹਿਰ ਪਹੁੰਚੇ, ਜਿੱਥੇ ਉਹਨਾਂ ਨੇ SGPC ਦੀ ਰਿਸਰਚ ਕਮੇਟੀ ਸਮੇਤ ਸਿੱਖ ਸੰਗਠਨਾਂ ਦੇ ਮੈਂਬਰਾਂ ਨਾਲ ਕਿਊਰੋ ਮਾਲ 66 ਫੁੱਟੀ ਰੋਡ ਵਿੱਚ ਲਾਲ ਸਿੰਘ ਚੱਡਾ ਫਿਲਮ ਦੇਖੀ। SGPC ਦੀ ਰਿਸਰਚ ਟੀਮ ਨੇ ਇੰਚਾਰਜ ਜਗਦੇਸ਼ਵਰ ਸਿੰਘ, ਪ੍ਰਿੰਸੀਪਲ ਮਨਜੀਤ ਕੌਰ, ਸਾਬਕਾ ਸਕੱਤਰ ਸਿਮਰਨਜੀਤ ਸਿੰਘ ਨੇ ਫਿਲਮ ਲਾਲ ਸਿੰਘ ਚੱਡਾ ਨੂੰ ਰਿਲੀਜ਼ ਕਰਨ ਸੰਬੰਧੀ ਹਰੀ ਝੰਡੀ ਦੇ ਦਿੱਤੀ ਹੈ। ਦਰਅਸਲ ਆਮਿਰ ਸਵੇਰੇ ਹੀ ਸ਼ਹਿਰ ਵਿੱਚ ਪਹੁੰਚ ਗਏ ਸਨ, ਜਿਸ ਤੋਂ ਬਾਅਦ ਉਹਨਾਂ ਨੇ SGPC ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਤੇ ਗੱਲਬਾਤ ਕੀਤੀ। ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਫਿਲਮ ਵਿੱਚ ਅਜਿਹੀ ਕੋਈ ਟਿੱਪਣੀ ਨਹੀਂ ਕੀਤੀ ਗਈ ਜਿਸ ਨਾਲ ਸਿੱਖੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੋਵੇ। ਫਿਲਮ ਦੇਖ ਕੇ ਸਾਰਿਆਂ ਸਾਹਮਣੇ ਸਥਿਤੀ ਸਪਸ਼ਟ ਹੋ ਗਈ ਹੈ ਤੇ ਹੁਣ ਵਿਵਾਦ ਖਤਮ ਹੋ ਗਿਆ। ਇਸ ਤੋਂ ਬਾਅਦ ਆਮਿਰ ਖਾਨ ਨੂੰ ਸਿਰੋਪਾ ਤੇ ਕਿਰਪਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਕਿਹਾ ਕਿ ਫਿਲਮ ਵਿੱਚ ਸਿੱਖ ਧਰਮ ਨੂੰ ਲੈ ਕੇ ਕੋਈ ਵੀ ਟਿੱਪਣੀ ਨਹੀਂ ਹੈ ਤੇ ਨਾ ਹੀ ਕੁਝ ਗਲਤ ਦਿਖਾਇਆ ਗਿਆ। ਦੱਸਣਾ ਬਣਦਾ ਹੈ ਕਿ ਫਿਲਮ ਵਿੱਚ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਾਰੇ ਟਿੱਪਣੀ ਕੀਤੀ ਗਈ ਸੀ, ਇਸ ਕਰਕੇ ਲਗਾਤਾਰ ਵਿਵਾਦ ਆ ਰਿਹਾ ਸੀ ਸਾਹਮਣੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।